ਪੁੱਛੋ ਸਵਾਲ ਮਿਲੇਗਾ ਜਵਾਬ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅਗਲਾ ਸਵਾਲ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਵਾਲ ਪੁੱਛਣ ਵਾਲੇ ਨੇ ਸਿਮਰਨਪ੍ਰੀਤ ਕੌਰ। ਇਹਨਾਂ ਦਾ ਸਵਾਲ ਹੈ ਕਿ ਗੁਰਬਾਣੀ ਦੇ ਵਿੱਚ ਨਾ ਪੰਕਤੀ ਆਉਂਦੀ ਹੈ ਪੁੱਤੀ ਗੰਢ ਪਵੈ ਸੰਸਾਰ। ਇਹ ਲਿਖਦੇ ਨੇ ਕਿ ਇਸ ਪੰਕਤੀ ਨੂੰ ਪੜ੍ਹਨ ਦੇ ਨਾਲ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਨਹੀਂ। ਵੇਖੋ ਭੈਣ ਜੀ, ਗੁਰਬਾਣੀ ਜਿਹੜੀ ਹੈ ਨਾ ਕੋਈ ਮੰਤਰ ਨਹੀਂ ਹੈ ਕਿ ਉਸ ਨੂੰ ਅਸੀਂ ਬਾਰ-ਬਾਰ ਰਿਪੀਟ ਕਰਾਂਗੇ ਤੇ ਅਸੀਂ ਜੋ ਚਾਹੁੰਦੇ ਆ ਉਸ ਚੀਜ਼ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਇਹ ਗੱਲਾਂ ਸਾਡੇ ਵਿੱਚ ਡੇਰੇਦਾਰਾਂ ਨੇ ਪਾ ਦਿੱਤੀਆਂ। ਉਹਨਾਂ ਨੇ ਸੰਕਟ ਮੋਚਨ ਵਰਗੇ ਗੁਟਕੇ ਤਿਆਰ ਕਰ ਦਿੱਤੇ ਤੇ ਇਹ ਗੱਲਾਂ ਆਖ ਦਿੱਤੀਆਂ ਕਿ ਫਲਾਣੇ ਸ਼ਬਦ ਨੂੰ ਤੁਸੀਂ 40 ਦਿਨ ਤੱਕ ਰੋਜ਼ਾਨਾ 108 ਵਾਰ ਪੜ੍ਹੋ ਤੇ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਉਹ ਚੀਜ਼ ਮਿਲ ਜਾਵੇਗੀ, ਤੁਹਾਡੀ ਇੱਛਾ ਦੀ ਪੂਰਤੀ ਜਿਹੜੀ ਹੈ ਉਹ ਹੋ ਜਾਵੇਗੀ। ਪਰ ਗੁਰਮਤ, ਇਹ ਗੁਰਬਾਣੀ ਜਿਹੜੀ ਹੈ ਇਹ ਕੋਈ ਇਸ ਤਰ੍ਹਾਂ ਦਾ ਮੰਤਰ ਨਹੀਂ ਹੈ ਕਿ ਅਸੀਂ ਬਾਰ-ਬਾਰ ਪੜ੍ਹੀਏ ਤੇ ਅਸੀਂ ਜੋ ਚਾਹੁੰਦੇ ਆ ਉਹ ਚੀਜ਼ ਹੋ ਜਾਵੇ। ਗੁਰਬਾਣੀ ਨੂੰ ਸਮਝੀਏ। ਹੁਣ ਜਿਹੜੀ ਪੰਕਤੀ ਤੁਸੀਂ ਮੇਰੇ ਸਾਹਮਣੇ ਰੱਖੀ ਹੈ ਕਿ ਪੁੱਤੀ ਗੰਢ ਪਵੈ ਸੰਸਾਰ, ਇਸ ਪੰਕਤੀ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਇਸ ਪੰਕਤੀ ਨੂੰ ਬਾਰ-ਬਾਰ ਪੜ੍ਹੋ ਤੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਪਰ ਪਤਾ ਨਹੀਂ ਕਿਹੜੇ ਨਾਲਾਇਕ ਬੰਦੇ ਨੇ, ਕਿਹੜੇ ਬੇਵਕੂਫ ਬੰਦੇ ਨੇ ਇਸ ਗੱਲ ਨੂੰ ਪ੍ਰਚਾਰਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਘਰ ਕਰ ਗਈ ਹੈ, ਇਹ ਗੱਲ ਬੈਠ ਗਈ ਹੈ। ਇਸ ਸ਼ਬਦ ਨੂੰ ਸਮਝਣ ਵਾਸਤੇ ਨਾ ਆਪਾਂ ਸ਼ੁਰੂ ਵਾਲੀ ਪੰਕਤੀ ਤੋਂ ਵਿਚਾਰ ਨੂੰ ਆਰੰਭ ਕਰਦੇ ਹਾਂ। ਮਹਿਲਾ ਪਹਿਲਾ ਦਾ ਇਹ ਵਾਕ ਹੈ ਤੇ ਇਸ ਵਾਕ ਦੇ ਵਿੱਚ ਨਾ ਕਈ ਸਾਰੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤੇ ਲਾਸਟ ਦੇ ਵਿੱਚ ਮਹਿਲਾ ਪਹਿਲਾ ਨੇ ਆਪਣੀ ਗੱਲ ਜਿਹੜੀ ਹੈ ਨਾ ਉਹ ਕੀਤੀ ਹੈ। ਜਿਹੜੀ ਮੇਨ ਗੱਲ ਹੈ ਉਹ ਇੱਕਦਮ ਲਾਸਟ ਦੇ ਵਿੱਚ ਹੈ। ਹੁਣ ਪਹਿਲੀ ਪੰਕਤੀ ਤੋਂ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖਦਾ। ਕਹਿੰਦੇ ਨੇ ਕੈਹਾਂ ਕੰਚਨ ਟੁੱਟੈ ਸਾਰ। ਤਿੰਨ ਗੱਲਾਂ ਦਾ ਜ਼ਿਕਰ ਆ ਰਿਹਾ ਇੱਥੇ। ਕਹਿ ਦੇ ਭਾਂਡੇ ਦਾ, ਸੋਨੇ ਦੇ ਗਹਿਣੇ ਦਾ ਤੇ ਲੋਹੇ ਦਾ। ਜੇ ਇਹ ਤਿੰਨੇ ਚੀਜ਼ਾਂ ਟੁੱਟ ਜਾਣ ਨਾ ਤਾਂ ਇਹਨਾਂ ਨੂੰ ਜੋੜਿਆ ਜਾ ਸਕਦਾ ਹੈ। ਪਰ ਕਿਵੇਂ? ਕੈਹਾਂ ਕੰਚਨ ਟੁੱਟੈ ਸਾਰ ਤੇ ਜੋੜਿਆ ਕਿਵੇਂ ਜਾ ਸਕਦਾ ਹੈ? ਅਗਨੀ ਗੰਢ ਪਾਏ ਲੋਹਾਰ। ਜਿਹੜਾ ਕਾਰੀਗਰ ਹੁੰਦਾ ਹੈ ਨਾ ਉਹ ਅਗਨੀ ਦੇ ਨਾਲ, ਅੱਗ ਦੇ ਨਾਲ ਕਹਿਣ ਦੇ ਬਰਤਨ ਨੂੰ ਵੀ ਜੋੜ ਦੇਵੇਗਾ। ਸੋਨੇ ਦਾ ਕੋਈ ਗਹਿਣਾ ਜਿਹੜਾ ਹੈ ਉਹ ਟੁੱਟ ਗਿਆ, ਉਹਨੂੰ ਵੀ ਅੱਗ ਨਾਲ ਜੋੜਿਆ ਜਾ ਸਕਦਾ ਹੈ। ਤੇ ਲੋਹੇ ਦੀ ਜੇ ਕੋਈ ਚੀਜ਼ ਹੈ ਜੇ ਉਹ ਟੁੱਟ ਗਈ ਹੈ ਤੇ ਉਹਨੂੰ ਵੀ ਅੱਗ ਦੇ ਨਾਲ ਜੋੜਿਆ ਜਾ ਸਕਦਾ ਹੈ। ਅਗਨੀ ਗੰਢ ਪਾਏ ਲੋਹਾਰ, ਇਹ ਇੱਕ ਐਗਜ਼ਾਮਪਲ ਦਿੱਤੀ ਗਈ ਹੈ। ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਦੀ ਐਗਜ਼ਾਮਪਲ ਜਿਹੜੀ ਹੈ ਨਾ ਉਹ ਅੱਗੇ ਵੀ ਆਏਗੀ ਜਿਹਦੇ ਵਿੱਚ ਪੰਕਤੀ ਆ ਰਹੀ ਹੈ ਕਿ ਪੁੱਤੀ ਗੰਢ ਪਵੈ ਸੰਸਾਰ। ਹੁਣ ਗੌਰ ਕਰਿਓ। ਕਹਿੰਦੇ ਨੇ ਗੋਰੀ, ਗੋਰੀ ਕਹਿੰਦੇ ਨੇ ਇਸਤਰੀ ਨੂੰ। ਸੇਤੀ ਦਾ ਅਰਥ ਹੁੰਦਾ ਨਾਲ। ਗੋਰੀ ਸੇਤੀ ਟੁੱਟੈ ਪਧਾਰ, ਪਧਾਰ ਕਹਿੰਦੇ ਨੇ ਪਤੀ ਨੂੰ। ਕਹਿੰਦੇ ਇੱਕ ਪਤਨੀ ਦੀ ਉਹਦੇ ਪਤੀ ਦੇ ਨਾਲੋਂ ਨਾ ਟੁੱਟ ਗਈ, ਰਿਸ਼ਤਾ ਟੁੱਟ ਗਿਆ। ਮੰਨ ਲਓ ਜੇ ਅੱਜ ਦੀ ਆਪਾਂ ਗੱਲ ਕਰੀਏ, ਡਾਈਵੋਰਸ ਹੋ ਗਿਆ। ਠੀਕ ਹੈ ਜੀ। ਹੁਣ ਜਦੋਂ ਰਿਸ਼ਤਾ ਟੁੱਟ ਗਿਆ, ਹੋਇਆ ਕਿ ਅਦਾਲਤ ਦੇ ਵਿੱਚ ਕੇਸ ਗਿਆ ਸੀਗਾ। ਇਹਨਾਂ ਦੋਨਾਂ ਦੇ ਨਾ ਬੱਚੇ ਸੀਗੇ ਤੇ ਇੱਕ ਲੜਕਾ ਸੀ, ਇੱਕ ਲੜਕੀ ਸੀ। ਅਦਾਲਤ ਵਾਲਿਆਂ ਨੇ ਫੈਸਲਾ ਸੁਣਾਇਆ। ਜਿਹੜਾ ਜੱਜ ਸੀਗਾ ਉਹਦਾ ਫੈਸਲਾ ਇਹ ਸੀ ਕਿ ਪਿਓ ਦੇ ਨਾਲ ਧੀ ਰਵੇਗੀ ਤੇ ਮਾਂ ਦੇ ਨਾਲ ਪੁੱਤ ਰਵੇਗਾ। ਬੱਚੇ ਵੀ ਵੰਡੇ ਗਏ। ਹੁਣ ਜਦੋਂ ਉਹ ਬੱਚੇ ਵੱਡੇ ਹੋਏ, ਉਹ ਸਕੂਲ ਜਾਣ ਲੱਗੇ
जो स्कूल दे विच लड़की जाती है, हुण लड़की पिता दे नाल रह रही है, जो वो जाती है स्कूल दे विच ते उत्थे जिहड़े बाकी बच्चे ने वो ना अपनी मां का जिक्र करते हैं ते ये बच्ची घर आके अपने प्यो नूं पुछदी है कि पिता जी मेरी मां कित्थे है, ते प्यो कहंदा हैगी है। वो पुछदी है कित्थे है, प्यो कहंदा साडे नाल नहीं रहिंदी पर जिंदा है, हैगी है। दूजे पासे जिहड़ा पुत्तर है वह भी स्कूल जाता है। जदों वो स्कूल जाता है रहिंदा वो अपनी मां दे नाल है, जदों स्कूल जाता है तो उत्थे जिहड़े बाकी बच्चे ने अपने प्यो की गल करते हैं कि मेरे पिता ने कल मैनू ये फलानी चीज़ लैके दिती है, मेरे पिता ने आ नवा बैग मेरे वास्ते लैके आंदा है। हुण जदों बाकी दे बच्चे जिहड़े ने वो अपने प्यो का जिक्र करते हैं ते इस लड़के दे मन दे विच भी ये विचार पैदा हुंदे ने ते अपनी मां दे कोल जांदा है ते जाके पुछदा है कि मां मेरा डैडी कित्थे है, मेरा पिता कित्थे है, कि वो मर चुकिया है। मां कहंदी है नहीं जींदा अजे, पर साडा डाइवोर्स हो गया सीगा, असीं मिलदे नहीं एक दूजे नूं, असीं अज तो कई साल पहला वख-वख हो चुके हैं। पर बच्चियां ने ना की कीता, तांग उन्हां दे अंदर पैदा हुई ते उन्होंने कहना शुरू किया, लड़के ने कहना शुरू किया मैं अपने पिता नूं मिलना चाहुंदा हां, लड़की ने कहना शुरू किया मैं अपनी मां नूं मिलना चाहुंदी हां। ठीक है ना, जिवें दूजे बच्चे अपने माँ बाप दीयां गल्लां करदे ने ते मेरे दिमाग दे विच भी साडे दिमाग दे विच भी एक ख्याल आउंदा है कि साडा भी पिता होवे, साडी भी माँ होवे। बच्चियां दे दिमाग दे विच ये विचारां आईयां। हुण होया कि बच्चियां दे करके जिन्हां दा कदी डाइवोर्स हो चुकिया सी ना, अज बच्चियां दे करके वो वापस इकट्ठे होए, वो वापस एक छत दे थल्ले रहन लगे, उन्होंने वापस सुलह की, उन्होंने वापस गंढ पै गई। ठीक है ना, वो द्वारा पति पत्नी की तरह रहन लग पे, किहदे करके, बच्चियां दे करके। हुण गौर करियो, इस वाक नूं पढ़ियो, गोरी सेती टुटै पधार। एक पत्नी दी, एक इस्त्री दी पति दे नालों किसे समय टुट गई सी, पर पुत्ती, इत्थे पुत्ती दा अर्थ की है? हुण जिहड़ी एग्जाम्पल लैके आपां गल कीती है, इत्थे पुत्ती दा अर्थ पुत्तर नहीं है, इत्थे पुत्ती दा अर्थ बनिया बच्चे। इत्थे अर्थ पुत्तर ते धी दोवें ही है। ठीक है ना, पुत्ती गंढ पवै संसार, संसार विच रहिंदे होए उन्हां दी आपस विच, पति पत्नी दी आपस विच गंढ पै गई। किहदे करके गंढ पई? बच्चियां दे करके गंढ पै गई, पुत्तर अते धी दे करके गंढ पै गई। इत्थे ये गल चलदी पई है। हुण मान लो किसी दे बच्चे होण ही ना ते उन्हां दा किते किसी समय डाइवोर्स होया होवे ते वो वापस किते इकट्ठे होए होण। हुण मान लो जे परिवार वालियां दे करके वो इकट्ठे हो गए ना वापस, ते उत्थे पुत्ती दा अर्थ फिर परिवार होएगा, जां किसी दोस्त मित्र दे करके वो इकट्ठे हो गए होण जिन्हां दा कदी डाइवोर्स होया सी, जिहड़े कदी वख-वख हो गए सन। ठीक है ना, ते उत्थे फिर पुत्ती दा अर्थ वो दोस्त मित्र होएगा जिसने उन्हां नूं वापस इकट्ठा कर दिता होवेगा, वापस एक छत दे थल्ले लिया दिता होवेगा। सो पुत्ती दे अर्थ समय दे हिसाब नाल चेंज हुंदे रहणगे। इत्थे पुत्ती दा अर्थ पुत्तर ते है ही नहीं, ते ना ही इत्थे पुत्तर प्राप्ति दी कोई गल चलदी पई है। पर जिहड़े अखौती प्रचारक, अखौती रागी ढाडी, उन्होंने की कीता, इस पंक्ति नूं सुना सुना के सानू गुमराह कीता। अखौती डेरेदारां ने, इत्थे अखौती संत, अखौती ब्रह्म ज्ञानियां ने, अखौती साधुआं ने साडा बेड़ा गर्क कीता। ते ये पंक्तियां उन्हां बीबियां नूं सुनाईयां गईयां
ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਪੈਦਾ ਨਹੀਂ ਸੀ ਹੁੰਦੇ। ਤੇ ਇਹ ਗੱਲਾਂ ਆਖੀਆਂ ਗਈਆਂ ਕਿ ਇਸ ਸ਼ਬਦ ਨੂੰ ਪੜੋ ਤੁਹਾਡੇ ਘਰ ਪੁੱਤਰ ਪੈਦਾ ਹੋ ਜਾਵੇਗਾ। ਪਰ ਸੱਚ ਕਰਕੇ ਜਾਣਿਓ, ਜਿਨ੍ਹਾਂ ਬੀਬੀਆਂ ਨੇ ਮੰਨ ਲਓ ਇਸ ਸ਼ਬਦ ਨੂੰ ਕਈ ਸਾਲ ਪੜ੍ਹਿਆ ਹੋਵੇਗਾ, ਕਈ ਮਹੀਨੇ ਪੜ੍ਹਿਆ ਹੋਵੇਗਾ, ਪਰ ਉਹਨਾਂ ਦੇ ਘਰ ਵਿੱਚ ਜਦੋਂ ਪੁੱਤਰ ਨਹੀਂ ਨਾ ਪੈਦਾ ਹੋਵੇਗਾ, ਗੁਰਬਾਣੀ ਤੋਂ ਉਹਨਾਂ ਦਾ ਵਿਸ਼ਵਾਸ ਉੱਠ ਜਾਵੇਗਾ ਨਾ ਵਿਸ਼ਵਾਸ, ਕਿ ਗੁਰਬਾਣੀ ਜਿਹੜੀ ਹੈ ਉਹ ਸਾਡਾ ਕੁਝ ਨਹੀਂ ਸਵਾਰ ਸਕਦੀ। ਇਹ ਥਾਟ ਉਹਨਾਂ ਦੇ ਦਿਮਾਗ ਦੇ ਵਿੱਚ ਆਵੇਗਾ। ਹੁਣ ਜੇ ਮੰਨ ਲਓ ਗੁਰਬਾਣੀ ਤੋਂ ਕਿਸੇ ਦਾ ਵਿਸ਼ਵਾਸ ਉੱਠ ਜਾਵੇ, ਠੀਕ ਹੈ ਨਾ, ਤੇ ਉਹਦੇ ਪਿੱਛੇ ਆਪਾਂ ਕੀ ਕਹੀਏ? ਉਹ ਡੇਰੇਦਾਰ ਕਿੱਡੇ ਵੱਡੇ ਵਾਇਰਸ ਦੀ ਤਰ੍ਹਾਂ ਨੇ, ਜਿਨ੍ਹਾਂ ਨੇ ਉਸ ਸਾਡੀ ਭੈਣ ਦਾ ਨਾਤਾ ਜਿਹੜਾ ਹੈ ਨਾ ਉਹ ਗੁਰਬਾਣੀ ਦੇ ਨਾਲ ਹੀ ਤੋੜ ਦਿੱਤਾ। ਹੁਣ ਗੁਰਬਾਣੀ ਤੇ ਕਿਤੇ ਵੀ ਇਹ ਗੱਲ ਕਹਿ ਹੀ ਨਹੀਂ ਰਹੀ ਕਿ ਇਸ ਸ਼ਬਦ ਨੂੰ ਪੜੋ ਤੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ, ਪਰ ਵੇਖੋ ਕਿਵੇਂ ਮਿਸਗਾਈਡ ਕੀਤਾ ਗਿਆ। ਸੋ ਮੈਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋ, ਇਹਨਾਂ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਨਾ ਪਾਓ। ਸ਼ਬਦਾਂ ਨੂੰ ਪੜਨ ਦੇ ਨਾਲ ਪੁੱਤਰ ਦੀ ਪ੍ਰਾਪਤੀ ਨਹੀਂ ਜੇ ਹੋਣੀ। ਤੇ ਨਾਲੇ ਅਸੀਂ ਆਪਣੇ ਘਰ ਦੇ ਵਿੱਚ ਕੇਵਲ ਪੁੱਤਰ ਹੀ ਕਿਉਂ ਚਾਹੁੰਦੇ ਆ? ਅਸੀਂ ਇਹ ਕਿਉਂ ਚਾਹੁੰਦੇ ਆ ਕਿ ਸਾਡੇ ਘਰ ਦੇ ਵਿੱਚ ਕੇਵਲ ਪੁੱਤਰ ਹੀ ਜਨਮ ਲਵੇ? ਸੱਚ ਕਰਕੇ ਜਾਣਿਓ, ਜੇ ਇਕੱਲੇ ਪੁੱਤਰ ਹੀ ਆਉਣ ਲੱਗ ਪੈਣ ਨਾ, ਕਿਸੇ ਦੇ ਘਰ ਵਿੱਚ ਧੀ ਪੈਦਾ ਹੀ ਨਾ ਹੋਵੇ, ਤੇ ਆਪਣੇ ਪੁੱਤਰ ਨੂੰ ਕੱਲ ਨੂੰ ਵਿਆਹੋਗੇ ਕਿੱਥੇ? ਅਸੀਂ ਇਹ ਕਿਉਂ ਚਾਹੁੰਦੇ ਆ ਕਿ ਸਾਡੇ ਘਰ ਵਿੱਚ ਪੁੱਤਰ ਹੀ ਪੈਦਾ ਹੋਵੇ? ਵੇਖੋ, ਇਹ ਕਿਸੇ ਦੇ ਹੱਥ ਵੱਸ ਨਹੀਂ ਹੁੰਦਾ ਕਿ ਘਰ ਦੇ ਵਿੱਚ ਕਿੰਨੇ ਆਉਣਾ ਹੈ ਤੇ ਕਿੰਨੇ ਨਹੀਂ ਆਉਣਾ ਹੈ। ਨਾ ਤੇ ਇਹ ਸੋ ਕਾਲਡ ਜਿਹੜਾ ਰੱਬ ਅਸੀਂ ਉੱਤੇ ਬਿਠਾਇਆ ਹੋਇਆ ਹੈ ਕਿ ਉਹਦੇ ਹੱਥ ਵਿੱਚ ਹੈ ਕਿ ਉਹਦੇ ਅੱਗੇ ਅਸੀਂ ਅਰਜ਼ੋਈਆਂ, ਬੇਨਤੀਆਂ, ਅਰਦਾਸਾਂ ਕਰਾਂਗੇ ਤੇ ਸਾਨੂੰ ਉਹ ਪੁੱਤਰ ਦੇ ਦੇਗਾ। ਨਹੀਂ, ਇਦਾਂ ਦਾ ਰੱਬ ਕੋਈ ਨਹੀਂ ਹੈ ਜਿਹੜਾ ਕਿਤੇ ਉੱਤੇ ਬੈਠਾ ਹੋਵੇ ਤੇ ਉਹ ਕਿਤੇ ਪੁੱਤਰ ਭੇਜਦਾ ਹੋਵੇ ਜਾਂ ਧੀਆਂ ਭੇਜਦਾ ਹੋਵੇ। ਇਦਾਂ ਦਾ ਕੋਈ ਰੱਬ ਹੈ ਹੀ ਨਹੀਂ। ਇਹ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਉੱਤੇ ਕੋਈ ਰੱਬ ਬੈਠਾ ਏ ਤੇ ਉਹਦੇ ਅੱਗੇ ਅਰਜ਼ੋਈਆਂ, ਬੇਨਤੀਆਂ ਕਰੋ ਤੇ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏਗੀ। ਇਹ ਗੁੰਮਰਾਹ ਕੀਤਾ ਗਿਆ ਸਾਨੂੰ। ਵੇਖੋ, ਸਿੱਧੀ ਜੀ ਗੱਲ ਹੈ, ਕੁਦਰਤ ਦੇ ਨਿਯਮ ਬਣੇ ਹੋਏ ਨੇ, ਠੀਕ ਹੈ, ਉਹਨਾਂ ਨਿਯਮਾਂ ਨੂੰ ਫੋਲੋ ਕਰਨ ਦੀ ਗੱਲ ਹੈ। ਜਦੋਂ ਪਤੀ ਪਤਨੀ ਦਾ ਸੰਬੰਧ ਬਣਦਾ ਹੈ ਤੇ ਤਾਂ ਬੱਚਾ ਜਿਹੜਾ ਹੈ ਉਹ ਸਾਡੇ ਘਰ ਦੇ ਵਿੱਚ ਆਉਂਦਾ ਹੈ। ਉਹ ਪੁੱਤਰ ਵੀ ਹੋ ਸਕਦਾ ਹੈ, ਉਹ ਧੀ ਵੀ ਹੋ ਸਕਦੀ ਹੈ, ਠੀਕ ਹੈ ਨਾ। ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਘਰ ਦੇ ਵਿੱਚ ਧੀ ਨੇ ਆਉਣਾ ਹੈ ਜਾਂ ਪੁੱਤਰ ਨੇ ਆਉਣਾ ਹੈ। ਤੇ ਜੇਕਰ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਜਾਂ ਔਰਤ ਦੇ ਸਰੀਰ ਵਿੱਚ ਕੋਈ ਪ੍ਰੋਬਲਮ ਹੈ, ਜਾਂ ਫਿਰ ਜਿਹੜਾ ਬੰਦਾ ਹੈ ਉਹਦੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਹੈ, ਹੋ ਸਕਦਾ ਹੈ ਕਿ ਸੰਬੰਧ ਵੀ ਬਣਨ ਪਰ ਫਿਰ ਵੀ ਬੱਚਾ ਜਿਹੜਾ ਹੈ ਉਹ ਨਾ ਪੈਦਾ ਹੋਵੇ। ਪਰ ਜੇਕਰ ਇਲਾਜ ਕਰਵਾ ਲਿਆ ਜਾਵੇ ਤੇ ਬੱਚਾ ਪੈਦਾ ਹੋ ਵੀ ਸਕਦਾ ਹੈ, ਠੀਕ ਹੈ ਨਾ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਐਸਾ ਸਾਨੂੰ ਕਿਤੇ ਵੀ ਨਹੀਂ ਸੋਚਣਾ ਚਾਹੀਦਾ ਕਿ ਫਲਾਣੇ ਬਾਬਾ ਜੀ ਨੇ ਇਹ ਸ਼ਬਦ ਦਿੱਤਾ ਹੈ ਤੇ ਤਾਂ ਸਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਹੈ। ਜੇ ਇਸ ਤਰ੍ਹਾਂ ਹੁੰਦਾ ਤੇ ਅੱਜ ਫਿਰ ਪੁੱਤਰਾਂ ਦੀ ਤੇ ਸੇਲ ਲੱਗੀ ਹੋਣੀ ਸੀਗੀ, ਠੀਕ ਹੈ ਨਾ। ਪਰ ਹਰ ਕਿਸੇ ਦੇ ਘਰ ਦੇ ਵਿੱਚ ਪੁੱਤਰ ਜਿਹੜਾ ਹੈ ਉਹ ਪੈਦਾ ਨਹੀਂ ਹੁੰਦਾ। ਕਈਆਂ ਦੇ ਘਰ ਵਿੱਚ ਧੀਆਂ ਵੀ ਪੈਦਾ ਹੁੰਦੀਆਂ ਨੇ ਤੇ ਕਈਆਂ ਦੇ ਘਰ ਵਿੱਚ ਨਾ ਪੁੱਤਰ ਹੈ ਨਾ ਧੀ ਹੈ, ਕਿਉਂਕਿ ਸਰੀਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਠੀਕ ਹੈ ਨਾ। ਜੇ ਪ੍ਰੋਬਲਮ ਹੈ ਤੇ ਉਹਦਾ ਇਲਾਜ ਡਾਕਟਰ ਦੇ ਕੋਲੋਂ ਕਰਵਾਇਆ ਜਾ ਸਕਦਾ ਹੈ। ਤੇ ਜੇ ਇਲਾਜ ਕਰਵਾਉਣ ਤੋਂ ਬਾਅਦ ਵੀ ਬੱਚਾ ਨਾ ਪੈਦਾ ਹੁੰਦਾ ਹੋਵੇ ਤੇ ਫਿਰ ਇਹਨਾਂ ਪਖੰਡੀਆਂ ਕੋਲ ਜਾਣ ਦੀ ਲੋੜ ਨਹੀਂ ਹੈ ਕਿ ਸ਼ਬਦ ਲੈ ਲਈਏ ਤੇ ਫਿਰ ਅਸੀਂ ਸ਼ਬਦ ਨੂੰ ਪੜਾਂਗੇ ਤੇ ਪੁੱਤਰ ਪੈਦਾ ਹੋ ਜਾਏਗਾ। ਪਖੰਡੀਆਂ ਕੋਲ ਨਾ ਜਾਓ, ਕਿਸੇ ਅਨਾਥ ਆਸ਼ਰਮ ਚਲੇ ਜਾਓ। ਬੜੇ ਬੱਚੇ ਨੇ ਉੱਥੇ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੈਗੇ, ਉੱਥੇ ਜਾ ਕੇ ਕਿਸੇ ਬੱਚੇ ਨੂੰ ਅਡਾਪਟ ਕਰ ਲਓ, ਠੀਕ ਹੈ ਨਾ। ਉੱਥੇ ਜਾ ਕੇ ਕਿਸੇ ਬੱਚੇ ਨੂੰ ਅਡਾਪਟ ਕਰ ਲਓ ਕਿ ਅਸੀਂ ਇਸ ਨੂੰ ਪਾਲਾਂਗੇ। ਠੀਕ ਹੈ, ਸਾਡੇ ਘਰ ਦੇ ਵਿੱਚ ਬੱਚਾ ਪੈਦਾ ਨਹੀਂ ਹੋਇਆ, ਨਾ ਧੀ ਪੈਦਾ ਹੋਈ ਨਾ ਪੁੱਤਰ ਪੈਦਾ ਹੋਇਆ, ਪਰ ਅਸੀਂ ਇਸ ਬੱਚੇ ਨੂੰ ਅਡਾਪਟ ਕਰਦੇ ਹਾਂ ਤੇ ਅਸੀਂ ਇਸ ਨੂੰ ਪਾਲਾਂਗੇ। ਉੱਥੇ ਫਿਰ ਜਾ ਕੇ ਤੁਸੀਂ ਇੱਕ ਬੱਚਾ ਲੈਣਾ ਇੱਕ ਲਓ, ਦੋ ਲੈਣਾ ਦੋ ਲਓ, ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ। ਬੇਨਤੀ ਹੈ, ਅਨਾਥ ਆਸ਼ਰਮ ਜਾ ਕੇ ਬੱਚਾ ਲੈ ਆਓ, ਪਰ ਇਹਨਾਂ ਪਖੰਡੀਆਂ ਦੇ ਪਿੱਛੇ ਨਾ ਲੱਗੋ। ਇਹ ਤੁਹਾਡਾ ਨੁਕਸਾਨ ਕਰ ਦੇਣਗੇ, ਇਹ ਤੁਹਾਡਾ ਜੀਵਨ ਤਬਾਹ ਕਰ ਦੇਣਗੇ। ਬੜੇ ਬਾਬਿਆਂ ਨੇ ਇਸ ਤਰ੍ਹਾਂ ਕੀਤਾ ਹੈ ਕਿ ਔਰਤਾਂ ਗਈਆਂ ਨੇ
ਉੱਥੇ ਪੁੱਤਰ ਦੀ ਪ੍ਰਾਪਤੀ ਵਾਸਤੇ, ਤੇ ਉਹਨਾਂ ਪਖੰਡੀ ਬਾਬਿਆਂ ਨੇ ਉਹਨਾਂ ਔਰਤਾਂ ਨਾਲ ਮੰਦ ਕਰਮ ਕੀਤਾ ਹੈ ਪੁੱਤਰ ਦੇਣ ਦੇ ਵਾਸਤੇ। ਸੋ ਬਚੀਏ ਇਹਨਾਂ ਪਖੰਡੀ ਸਾਧਾਂ ਤੋਂ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੈ ਸੰਸਾਰ, ਇਹ ਇੱਕ ਉਦਾਹਰਣ ਦਿੱਤੀ ਗਈ ਹੈ। ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਇਸ ਵਾਕ ਦੇ ਵਿੱਚ ਆਈਆਂ ਨੇ। ਤੇ ਅਖੀਰ ਵਿੱਚ ਜਿਹੜੀ ਮੇਨ ਗੱਲ ਹੈ ਉਹ ਪਤਾ ਕੀ ਹੈ, ਉਹ ਸੀਗੀ ਨਾਨਕ ਆਖੈ ਇਹ ਵਿਚਾਰ। ਨਾਨਕ ਜੀ ਲਾਸਟ ਵਿੱਚ ਇਹ ਮੇਨ ਵਿਚਾਰ ਜਿਹੜੀ ਹੈ ਸਾਡੇ ਸਾਹਮਣੇ ਰੱਖਦੇ ਨੇ, ਸਿਫਤੀ ਗੰਢ ਪਵੈ ਦਰਬਾਰ। ਇਹ ਹੈ ਮੇਨ ਗੱਲ, ਸਿਫਤੀ ਗੰਢ ਪਵੈ ਦਰਬਾਰ, ਕਿ ਸਿਫਤ ਕੀਤਿਆਂ ਭਾਵ ਚੰਗੇ ਗੁਣਾਂ ਨੂੰ ਜੀਵਨ ਵਿੱਚ ਕਮਾਇਆ, ਚੜ੍ਹਦੀ ਕਲਾ ਦੇ ਨਾਲ ਸਾਡੀ ਗੰਢ ਤਾਂ ਪੈਂਦੀ ਹੈ। ਹਰ ਬੰਦਾ ਚਾਹੁੰਦਾ ਹੈ ਨਾ ਕਿ ਮੇਰੇ ਜੀਵਨ 'ਚ ਚੜ੍ਹਦੀ ਕਲਾ ਆਵੇ, ਮੇਰੇ ਜੀਵਨ 'ਚ ਚੜ੍ਹਦੀ ਕਲਾ ਆਵੇ। ਹੁਣ ਕਿਵੇਂ ਆਵੇਗੀ? ਚੜ੍ਹਦੀ ਕਲਾ ਦੇ ਨਾਲ ਸਾਡਾ ਨਾਤਾ ਕਿਵੇਂ ਜੁੜ ਸਕਦਾ ਹੈ? ਚੜ੍ਹਦੀ ਕਲਾ ਦੇ ਨਾਲ ਸਾਡੀ ਗੰਢ ਕਿਵੇਂ ਪੈ ਸਕਦੀ ਹੈ? ਕਹਿੰਦਾ ਇੱਕੋ ਇੱਕ ਤਰੀਕਾ ਹੈ, ਸਿਫਤੀ ਗੰਢ ਪਵੈ ਦਰਬਾਰ। ਜਿਹੜਾ ਇੱਥੇ ਦਰਬਾਰ ਲੱਗਾ ਹੋਇਆ ਹੈ ਨਾ, ਜਿਹੜਾ ਇੱਥੇ ਦਰਬਾਰ ਹੈ, ਠੀਕ ਹੈ, ਇੱਥੇ ਜਿਹੜਾ ਰੱਬ ਦਾ ਦਰਬਾਰ ਲੱਗਾ ਹੈ, ਇੱਥੇ ਜਿਹੜੇ ਕੁਦਰਤੀ ਨਿਯਮ ਜਿਹੜੇ ਨੇ ਉਹ ਬੈਠੇ ਹੋਏ ਨੇ, ਠੀਕ ਹੈ ਨਾ, ਸਾਡੇ ਅੰਦਰ ਵੀ ਨੇ, ਸਾਰੀ ਸ੍ਰਿਸ਼ਟੀ ਦੇ ਵਿੱਚ ਵੀ ਨੇ, ਚੰਗੇ ਗੁਣ ਵੀ ਇੱਥੇ ਨੇ, ਸੱਚਾ ਗਿਆਨ ਵੀ ਇੱਥੇ ਹੈ। ਆਹ ਜਿਹੜਾ ਦਰਬਾਰ ਹੈ, ਇੱਥੇ ਜਿਹੜਾ ਮਨੁੱਖ ਚਾਹੁੰਦਾ ਹੋਵੇ ਨਾ ਕਿ ਮੇਰੀ ਚੜ੍ਹਦੀ ਕਲਾ ਨਾਲ ਸਾਂਝ ਬਣ ਜਾਵੇ, ਕਿਉਂਕਿ ਚੜ੍ਹਦੀ ਕਲਾ ਵੀ ਕਿੱਥੇ ਹੀ ਇੱਥੇ ਹੀ ਪਈ ਹੈ, ਪਰ ਉਹ ਪ੍ਰਗਟ ਤਾਂ ਹੋਵੇਗੀ ਜਦੋਂ ਅਸੀਂ ਚੰਗੇ ਗੁਣਾਂ ਵਾਲੇ ਪਾਸੇ ਨੂੰ ਤੁਰਦੇ ਹਾਂ, ਜਦੋਂ ਅਸੀਂ ਸਿਫਤ ਸਲਾਹ ਵਾਲੇ ਪਾਸੇ ਨੂੰ ਤੁਰਦੇ ਹਾਂ, ਜਦੋਂ ਅਸੀਂ ਸੰਤੋਖ ਨਾਲ, ਦਇਆ ਨਾਲ, ਧੀਰਜ ਨਾਲ, ਇਮਾਨਦਾਰੀ ਨਾਲ, ਉਦਮ ਨਾਲ ਆਪਣਾ ਨਾਤਾ ਜੋੜਾਂਗੇ ਨਾ, ਹੋਏਗਾ ਕਿ ਚੜ੍ਹਦੀ ਕਲਾ ਨਾਲ ਸਾਡੀ ਗੰਢ ਪੈ ਜਾਏਗੀ, ਚੜ੍ਹਦੀ ਕਲਾ ਦੇ ਨਾਲ ਸਾਡਾ ਨਾਤਾ ਜਿਹੜਾ ਹੈ ਉਹ ਜੁੜ ਜਾਵੇਗਾ। ਸੋ ਮੇਨ ਗੱਲ ਇਹ ਸੀਗੀ ਕਿ ਜੇਕਰ ਭਲਿਆ ਤੂੰ ਚੜ੍ਹਦੀ ਕਲਾ ਦੇ ਨਾਲ ਆਪਣਾ ਨਾਤਾ ਜੋੜਨਾ ਚਾਹੁੰਦਾ ਹੈ, ਜੇਕਰ ਸਦੀਵੀ ਖੁਸ਼ੀ ਦੇ ਨਾਲ ਆਪਣਾ ਨਾਤਾ ਜੋੜਨਾ ਚਾਹੁੰਦਾ ਹੈ, ਜੇਕਰ ਆਪਣੇ ਜੀਵਨ ਦੇ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਪੈਦਾ ਕਰਨਾ ਚਾਹੁੰਦਾ ਹੈ, ਤੇ ਸਿਫਤ ਕਰ, ਭਾਵ ਚੰਗੇ ਗੁਣਾਂ ਨੂੰ ਜੀਵਨ 'ਚ ਕਮਾ, ਸੱਚੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ, ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਤੁਰਨ ਦਾ ਉਦਮ ਕਰ, ਜੀਵਨ ਦੇ ਵਿੱਚ ਚੜ੍ਹਦੀ ਕਲਾ ਆ ਜਾਵੇਗੀ। ਸੋ ਆਸ ਹੈ ਕਿ ਭੈਣੋ ਤੁਹਾਨੂੰ ਇਹ ਸ਼ਬਦ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਵੇਗਾ। ਇਸ ਕਰਕੇ ਡੇਰੇਦਾਰਾਂ ਦੇ ਕੋਲ ਕਦੀ ਵੀ ਆਪਾਂ ਨਾ ਜਾਈਏ।